ਧੰਨ ਵਾਹਿਗੁਰੂ ਸਾਹਿਬ ਜੀਓ। ਸਾ ਧਰਤੀ ਭਈ ਹਰਿਆਵਲੀ, ਜਿੱਥੈ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਹਰ ਸਤਿਗੁਰ ਮੇਲੋ ਦਇਆ ਕਰ, ਜਨ ਨਾਨਕ ਧੋਵੈ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਸਤਿਕਾਰਯੋਗ ਜੁਗ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੁਕੱਦਸ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋਏ ਬੈਠੇ ਸਤ ਸੰਗੀ ਜਨੋ, ਅੱਜ ਆਪਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਅੰਦਰ ਸਤਿਗੁਰਾਂ ਜੀ ਦੇ ਮੁਬਾਰਕ ਚਰਨ ਕਮਲਾਂ ਪਾਸ ਹਾਜ਼ਰੀਆਂ ਭਰਦੇ ਪਏ ਹਾਂ। ਅੱਜ ਦੇ ਦਿਨ ਧੰਨ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਆਗਮਨ ਲਾਹੌਰ ਦੀ ਧਰਤੀ 'ਤੇ ਹੋਇਆ ਹੈ। ਆਓ ਸਾਧ ਸੰਗਤ ਸਤਿਕਾਰਯੋਗ ਮਹਾਨ ਗੁਰਸਿੱਖ ਭਾਈ ਸੱਤਾ ਜੀ, ਭਾਈ ਬਲਵੰਡ ਜੀ ਦੀ ਰਾਮਕਲੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਗੁਰਬਾਣੀ ਨੂੰ ਆਧਾਰ ਬਣਾ ਕੇ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਦੇ ਸੰਬੰਧ ਦੇ ਅੰਦਰ ਕੁਝ ਕੁ ਵਿਚਾਰਾਂ ਆਪ ਸਿੱਖ ਸੰਗਤ ਦੇ ਨਾਲ ਕਰਨੀਆਂ ਨੇ। ਆਪ ਸੰਗਤ ਬਖਸ਼ੋ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸੱਤਾ ਜੀ, ਭਾਈ ਬਲਵੰਡ ਜੀ ਰਾਮਕਲੀ ਰਾਗ ਦੇ ਅੰਦਰ ਜੋ ਉਹਨਾਂ ਦੇ ਮੁਬਾਰਕ ਬਚਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੰਕਿਤ ਕੀਤੇ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਉਪਮਾ ਕਰਦਿਆਂ ਹੋਇਆਂ ਉਹਨਾਂ ਮਹਾਨ ਗੁਰਸਿੱਖਾਂ ਨੇ ਸ਼ਬਦ ਕਹੇ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਹੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਧੰਨ ਹੋ। ਕਿਉਂ ਧੰਨ ਹੋ? ਕਿਉਂਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਆਗਮਨ ਨਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਹੋਇਆ ਹੈ, ਨਾ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪੁੱਤਰ ਸਨ। ਇਸ ਕਰਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਧੰਨ ਹਨ, ਜਿਨ ਸਿਰਿਆ ਤਿਨੈ ਸਵਾਰਿਆ। ਜਿਸ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਉਹਨਾਂ ਨੂੰ ਸਿਰਿਆ ਏ, ਉਹਨਾਂ ਨੂੰ ਪੈਦਾ ਕੀਤਾ, ਉਸ ਰੱਬ ਦੀ ਨਜ਼ਰੋ ਰਹਿਮਤ ਦਾ ਪਾਤਰ ਬਣ ਕੇ ਹੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਪ੍ਰਗਟ ਹੋਏ। ਦੁਨੀਆ ਦੇ ਵਿੱਚ ਇੱਦਾਂ ਦੀਆਂ ਕਈ ਚੀਜ਼ਾਂ ਨੇ ਜਿਹੜੀਆਂ ਪੈਦਾ ਕਿਤੇ ਹੁੰਦੀਆਂ ਨੇ ਅਤੇ ਉਹਨਾਂ ਨੂੰ ਸਵਾਰਿਆ ਕਿਤੇ ਜਾਂਦਾ ਏ। ਉਦਾਹਰਨ ਦੇ ਤੌਰ 'ਤੇ ਸੋਨਾ ਖਾਨਾਂ ਦੇ ਵਿੱਚੋਂ ਮਿਲਦਾ ਏ, ਪਰ ਸਵਾਰਿਆ ਉਹਨੂੰ ਸੁਨਿਆਰੇ ਦੀ ਦੁਕਾਨ 'ਤੇ ਜਾਂਦਾ ਏ। ਜੰਗਲ ਦੇ ਵਿੱਚੋਂ ਲੱਕੜ ਪ੍ਰਾਪਤ ਹੁੰਦੀ ਹੈ, ਪਰ ਫਰਨੀਚਰ ਲੈਣ ਦੇ ਲਈ ਅਜੇ ਤੱਕ ਕੋਈ ਜੰਗਲ ਦੇ ਵਿੱਚ ਨਹੀਂ ਗਿਆ। ਕਾਰੀਗਰਾਂ ਦੀਆਂ ਦੁਕਾਨਾਂ 'ਤੇ ਜਾ ਕੇ ਹੀ ਫਰਨੀਚਰ ਪ੍ਰਾਪਤ ਹੁੰਦਾ ਏ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਇਸ ਕਰਕੇ ਧੰਨ ਹਨ ਕਿਉਂਕਿ ਉਹਨਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੇ ਹੀ ਪੈਦਾ ਕੀਤਾ ਏ ਅਤੇ ਅਕਾਲ ਪੁਰਖ ਪਰਮਾਤਮਾ ਦਾ ਸਵਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਵਾਰਿਆ ਏ। ਲਾਹੌਰ ਦੀ ਉਹ ਮੁਬਾਰਕ ਧਰਤੀ ਹੈ
1534 ਈਸਵੀ ਦਾ ਉਹ ਸਾਲ ਹੈ। ਸਤਿਕਾਰਯੋਗ ਬਾਬਾ ਹਰਦਾਸ ਜੀ ਦਾ ਮੁਬਾਰਕ ਘਰ ਹੈ ਤੇ ਮਾਤਾ ਦਇਆ ਕੌਰ ਜੀ ਦੀ ਮੁਬਾਰਕ ਕੁੱਖ ਹੈ, ਜਿੱਥੇ ਰੱਬ ਦੇ ਬਖਸ਼ਿਸ਼ ਦਾ ਪਾਤਰ ਬਣੇ ਹੋਏ ਇੱਕ ਬਾਲਕ ਨੇ ਜਨਮ ਲਿਆ ਏ। ਸਾਡਾ ਇਤਿਹਾਸ ਕਹਿੰਦਾ ਏ ਅਜੇ ਬਚਪਨ ਦੀਆਂ ਖੇਡਾਂ ਨਹੀਂ ਸਨ ਖੇਡੀਆਂ। ਲਗਭਗ 2 ਕੁ ਸਾਲ ਦੀ ਉਮਰ ਦੇ ਵਿੱਚ ਸਤਿਕਾਰਯੋਗ ਮਾਤਾ ਦਇਆ ਕੌਰ ਜੀ ਇਸ ਸੰਸਾਰ ਨੂੰ ਛੱਡ ਕੇ ਅਕਾਲ ਚਲਾਣਾ ਕਰ ਗਏ ਨੇ। ਆਪਣੇ ਪਿਤਾ ਦੀ ਉਂਗਲੀ ਫੜ ਕੇ ਸ਼ਮਸ਼ਾਨ ਭੂਮੀ ਦੇ ਵੱਲ ਗਏ। ਸਾਰੀਆਂ ਕਿਰਿਆਵਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਤੱਕਿਆ ਏ ਤੇ ਵਾਪਸ ਆਪਣੇ ਪਿਤਾ ਦੀ ਉਂਗਲੀ ਫੜ ਕੇ ਇਹ ਬਾਬਾ ਜੇਠਾ ਲਾਹੌਰ ਦੀ ਧਰਤੀ ਤੇ ਆਪਣੇ ਘਰ ਦੇ ਵਿੱਚ ਪਰਤ ਆਇਆ ਏ। ਪਿਤਾ ਨੇ ਆਪਣੇ ਕੋਲ ਬਿਠਾਇਆ ਏ। ਬੜਾ ਪਿਆਰ, ਬੜਾ ਲਾਡ ਲਡਾਉਂਦੇ ਨੇ। ਸਵੇਰੇ ਦੁਕਾਨ ਤੇ ਜਾਣਾ, ਸ਼ਾਮ ਨੂੰ ਆ ਕੇ ਆਪਣੇ ਪੁੱਤਰ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਪਿਆਰ ਕਰਨਾ, ਲਾਡ ਲਡਾਉਣਾ, ਇਹ ਬਾਬਾ ਹਰਦਾਸ ਜੀ ਦੇ ਹਿੱਸੇ ਆਇਆ ਏ। ਕਹਿੰਦੇ ਕਈ ਵਾਰ ਜਿਹੜੇ ਜ਼ਖਮ ਹੁੰਦੇ ਨੇ ਉਹ ਸਮਾਂ ਆਉਣ 'ਤੇ ਭਰ ਜਾਂਦੇ ਨੇ। ਅਜੇ ਮਾਂ ਦਾ ਵਿਛੋੜਾ ਭਾਈ ਜੇਠਾ ਜੀ ਦੇ ਮਨ ਦੇ ਵਿੱਚੋਂ ਥੋੜ੍ਹਾ ਜਿਹਾ ਨਿਕਲਿਆ ਹੀ ਸੀ। ਅਜੇ ਪਿਤਾ ਦੀ ਗੋਦ ਦੇ ਵਿੱਚ ਉਹਨਾਂ ਨੇ ਖੇਡਣਾ ਸ਼ੁਰੂ ਹੀ ਕੀਤਾ ਸੀ। ਲਗਭਗ 7 ਕੁ ਸਾਲ ਦੀ ਉਮਰ ਹੋਈ ਹੈ। ਬਾਬਾ ਹਰਦਾਸ ਜੀ ਇਸ ਸੰਸਾਰ ਦੇ ਵਿੱਚੋਂ ਅਕਾਲ ਚਲਾਣਾ ਕਰ ਗਏ ਨੇ। ਬਾਸਰਕੇ ਨਗਰ ਤੋਂ ਨਾਨੀ ਹੋਰ ਰਿਸ਼ਤੇਦਾਰ ਲਾਹੌਰ ਦੀ ਧਰਤੀ ਤੇ ਪਹੁੰਚਿਆ ਨੇ। ਆਪਣੇ ਹੱਥਾਂ ਦੇ ਨਾਲ ਅੰਤਿਮ ਕਿਰਿਆਵਾਂ ਨੂੰ ਕੀਤਾ ਏ। ਕਹਿੰਦੇ ਬਾਕੀ ਸਾਰੇ ਰਿਸ਼ਤੇਦਾਰ ਘਰਾਂ ਨੂੰ ਚਲੇ ਗਏ ਨੇ, ਪਰ ਬਜ਼ੁਰਗ ਨਾਨੀ ਆਪਣੇ ਦੋਤਰੇ ਦੇ ਕੋਲ ਲਾਹੌਰ ਦੀ ਧਰਤੀ ਦੇ ਘਰ ਦੇ ਵਿੱਚ ਬੈਠੀ ਹੋਈ ਹੈ। ਨਾਨੀ ਨੇ ਬੜੇ ਪਿਆਰ ਦੇ ਨਾਲ ਆਪਣੇ ਦੋਤਰੇ ਦੀ ਪਾਲਣ ਪੋਸ਼ਣਾ ਸ਼ੁਰੂ ਕਰ ਦਿੱਤੀ ਹੈ। ਆਪਣੇ ਹੱਥਾਂ ਦੇ ਨਾਲ ਘੁੰਗਣੀਆਂ ਬਾਲਣੀਆਂ, ਆਪਣੇ ਦੋਤਰੇ ਦੇ ਸਿਰ ਤੇ ਟੋਕਰੀ ਰੱਖ ਕੇ ਘੁੰਗਣੀਆਂ ਨੂੰ ਵੇਚਣ ਦੇ ਲਈ ਬਾਹਰ ਤੋਰਨਾ। ਔਰ ਭਾਈ ਜੇਠਾ ਨੇ ਆਪਣੀ ਨਾਨੀ ਦੇ ਹਰ ਇੱਕ ਹੁਕਮ ਨੂੰ ਮੰਨਦਿਆਂ ਹੋਇਆਂ ਲਾਹੌਰ ਦੀਆਂ ਗਲੀਆਂ ਦੇ ਵਿੱਚ ਆਪਣੀ ਤੋਤਲੀ ਜਿਹੀ ਆਵਾਜ਼ ਦੇ ਨਾਲ ਘੁੰਗਣੀਆਂ ਲੈ ਲਓ, ਘੁੰਗਣੀਆਂ ਖਰੀਦ ਲਓ ਦਾ ਆਵਾਜ਼ਾਂ ਦੇਣਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਲਾਹੌਰ ਦੀਆਂ ਗਲੀਆਂ ਦੇ ਵਿੱਚ ਫਿਰਨਾ, ਘੁੰਗਣੀਆਂ ਵੇਚਣੀਆਂ, ਜੋ ਕੁਝ ਵੀ ਵੱਟ ਕੇ ਲਿਆਉਣਾ, ਆ ਕੇ ਸਤਿਕਾਰਯੋਗ ਨਾਨੀ ਦੀ ਹਥੇਲੀ 'ਤੇ ਰੱਖ ਦੇਣਾ। ਸਾਡਾ ਇਤਿਹਾਸ ਕਹਿੰਦਾ ਏ ਲਗਭਗ 10-12 ਦਿਨ ਨਾਨੀ ਲਾਹੌਰ ਦੇ ਵਿੱਚ ਰਹੀ ਹੈ। ਇੱਕ ਦਿਨ ਸਵੇਰੇ ਉੱਠੀ ਹੈ, ਆਪਣੇ ਦੋਤਰੇ ਨੂੰ ਕਹਿਣ ਲੱਗੀ, ਪੁੱਤ ਵੇ ਹੁਣ ਆਪਾਂ ਇੱਥੇ ਨਹੀਂ ਰਹਿਣਾ, ਮੈਂ ਤੈਨੂੰ ਬਾਸਰਕੇ ਨਗਰ ਦੇ ਵਿੱਚ ਤੇਰੇ ਨਾਨਕੇ ਲੈ ਕੇ ਜਾਣਾ ਚਾਹੁੰਦੀ ਹਾਂ। ਤੇਰੇ ਛੋਟੇ ਛੋਟੇ ਕੱਪੜੇ ਨੇ, ਉਹਨਾਂ ਨੂੰ ਇੱਕ ਪੋਟਲੀ ਦੇ ਵਿੱਚ ਬੰਨ੍ਹ ਲੈਣਾ ਕਰ ਤੇ ਮੇਰੇ ਨਾਲ ਬਾਸਰਕੇ ਨਗਰ ਦੇ ਵਿੱਚ ਜਾਣ ਦੇ ਲਈ ਤਿਆਰੀ ਕਰ ਲੈਣਾ ਕਰ। ਕਹਿੰਦੇ ਭਾਈ ਜੇਠੇ ਨੇ ਛੋਟੇ ਛੋਟੇ ਹੱਥਾਂ ਦੇ ਨਾਲ ਆਪਣੇ ਨਿੱਕੇ ਨਿੱਕੇ ਕੱਪੜੇ ਇਕੱਠੇ ਕੀਤੇ ਨੇ, ਇੱਕ ਪੋਟਲੀ ਦੇ ਵਿੱਚ ਬੰਨ੍ਹੇ ਨੇ, ਨਾਨੀ ਦੀ ਉਂਗਲ ਨੂੰ ਫੜਿਆ ਏ ਤੇ ਜਿਸ ਘਰ ਦੇ ਵਿੱਚ ਬਚਪਨ ਦੀਆਂ ਖੇਡਾਂ ਨੂੰ ਖੇਡਿਆ ਏ, ਅੱਜ ਉਸ ਘਰ ਨੂੰ ਛੱਡ ਕੇ ਦਰਵਾਜ਼ੇ ਤੋਂ ਬਾਹਰ ਆ ਗਏ ਨੇ। ਨਾਨੀ ਮਾਂ ਨੇ ਤਾਲਾ ਲਾਇਆ ਏ। ਜਦੋਂ ਤਾਲਾ ਲਾ ਕੇ ਤੁਰਨ ਲੱਗੇ ਨੇ, ਭਾਈ ਜੇਠੇ ਨੇ ਆਪਣੀ ਨਾਨੀ ਦੇ ਚਿਹਰੇ ਵੱਲ ਵੇਖਿਆ ਏ ਤੇ ਇੱਕ ਸ਼ਬਦ ਕਿਹਾ ਤੋਤਲੀ ਜਿਹੀ ਆਵਾਜ਼ ਦੇ ਵਿੱਚ, ਮਾਂ ਜਿਸ ਘਰ ਦਾ ਤਾਲਾ ਅੱਜ ਆਪਾਂ ਲਾ ਕੇ ਚੱਲੇ ਆ, ਉਸ ਘਰ ਦਾ ਦਰਵਾਜ਼ਾ ਹੁਣ ਕਦੋਂ ਖੁੱਲ੍ਹੇਗਾ। ਜਦੋਂ ਇਹ ਸ਼ਬਦ ਨਾਨੀ ਨੇ ਆਪਣੇ ਕੰਨਾਂ ਦੇ ਨਾਲ ਸੁਣੇ ਨੇ, ਕਾਲਜੇ ਨੂੰ ਧੂ ਪੈ ਗਈ ਹੈ। ਆਪਣੇ ਦੋਤਰੇ ਨੂੰ ਆਪਣੇ ਸੀਨੇ ਦੇ ਨਾਲ ਲਾ ਕੇ ਕਿਹਾ, ਪੁੱਤ ਵੇ ਜਿਸ ਨੇ ਇਸ ਘਰ ਦਾ ਤਾਲਾ ਲਾਇਆ, ਇਹ ਤੇ ਉਹਨੂੰ ਹੀ ਪਤਾ ਹੋਵੇਗਾ ਕਿ ਇਸ ਘਰ ਦਾ ਦਰਵਾਜ਼ਾ ਹੁਣ ਕਦੋਂ ਖੁੱਲ੍ਹੇਗਾ। ਲਾਹੌਰ ਤੋਂ ਤੁਰੇ ਨੇ, ਬਾਸਰਕੇ ਦੀ ਧਰਤੀ ਤੇ ਪਹੁੰਚ ਗਏ ਨੇ। ਇੱਥੇ ਰਿਸ਼ਤੇਦਾਰ, ਸਾਕ ਸੰਬੰਧੀ, ਆਂਢ ਗੁਆਂਢ ਦੇ ਲੋਕ ਗਮੀ ਖੁਸ਼ੀ ਦੇ ਵਿੱਚ ਸ਼ਾਮਲ ਹੋਏ ਨੇ, ਪਛਤਾਵਾ ਕੀਤਾ ਏ ਤੇ ਵਾਪਸ ਆਪਣੇ ਘਰਾਂ ਨੂੰ ਚਲੇ ਗਏ ਨੇ। ਸਾਡਾ ਇਤਿਹਾਸ ਕਹਿੰਦਾ ਏ ਕੁਝ ਕੁ ਦਿਨ ਭਾਈ ਜੇਠੇ ਨੂੰ ਬਾਸਰਕੇ ਨਗਰ ਦੇ ਵਿੱਚ
ਭਾਈ ਜੇਠੇ ਨੂੰ ਆਪਣੀ ਨਾਨੀ ਦੇ ਨਾਲ ਬਾਸਰਕੇ ਨਗਰ ਦੇ ਵਿੱਚ ਆਇਆ ਹੋਇਆ ਨੂੰ ਹੋ ਚੁੱਕੇ ਨੇ। ਇੱਕ ਦਿਨ ਬਾਹਰ ਗਲੀ ਦੇ ਵਿੱਚ ਖੇਡਦੇ ਹੋਏ ਬੱਚਿਆਂ ਨੂੰ ਤੱਕਿਆ ਏ। ਆ ਕੇ ਨਾਨੀ ਮਾਂ ਨੂੰ ਕਹਿਣ ਲੱਗੇ, ਮਾਂ ਮੇਰਾ ਵੀ ਦਿਲ ਕਰਦਾ ਏ ਕਿ ਮੈਂ ਆਪਣੇ ਹਾਣੀਆਂ ਦੇ ਨਾਲ ਕੁਝ ਸਮਾਂ ਖੇਡਾਂ। ਜੇ ਤੁਸੀਂ ਹੁਕਮ ਕਰੋ, ਇਜਾਜ਼ਤ ਦਿਓ ਤੇ ਮੈਂ ਬਾਹਰ ਬੱਚਿਆਂ ਦੇ ਨਾਲ ਖੇਡ ਆਵਾਂ। ਨਾਨੀ ਨੇ ਆਪਣੇ ਕਾਲਜੇ ਦੇ ਨਾਲ ਲਾਇਆ, ਕਹਿਣ ਲੱਗੀ, ਪੁੱਤ ਵੇ ਜਾ, ਪਰ ਜ਼ਿਆਦਾ ਸਮਾਂ ਨਾ ਲਾਵੀਂ। ਮਾਂ ਤੋਂ ਆਗਿਆ ਲੈ ਕੇ ਇਹ ਭਾਈ ਜੇਠਾ ਗਲੀ ਦੇ ਵਿੱਚ ਬੱਚਿਆਂ ਦੇ ਨਾਲ ਖੇਡਣ ਦੇ ਲਈ ਹੋ ਤੁਰਿਆ ਏ। ਨਾਨੀ ਮਾਂ ਆਪਣੇ ਘਰ ਦੇ ਕੰਮਾਂ ਦੇ ਵਿੱਚ ਲੱਗ ਗਈ ਹੈ। ਕਹਿੰਦੇ ਜਦੋਂ ਵਾਹਵਾ ਸਮਾਂ ਹੋ ਗਿਆ, ਨਾਨੀ ਨੇ ਆਪਣੇ ਦੋਤਰੇ ਨੂੰ ਵੇਖਿਆ ਨਾ, ਇਹ ਵਿਆਕੁਲ ਹੋ ਗਈ ਹੈ ਔਰ ਆਪਣੇ ਕੰਮਾਂ ਨੂੰ ਸੰਕੋਚ ਕਰਕੇ ਆਪਣੇ ਦੋਤਰੇ ਨੂੰ ਵੇਖਣ ਦੇ ਲਈ ਇਹ ਘਰ ਦੇ ਦਰਵਾਜ਼ੇ ਦੇ ਅੱਗੇ ਆ ਕੇ ਖਲੋ ਗਈ ਹੈ। ਇਹਨੇ ਨਿਗਾਹ ਮਾਰੀ ਹੈ, ਕੀ ਵੇਖਿਆ ਏ ਕਿ ਇੱਕ ਮੰਜੀ ਦੇ ਉੱਪਰ ਭਾਈ ਜੇਠਾ ਨੀਵੀਂ ਪਾ ਕੇ ਬੈਠਾ ਹੋਇਆ ਏ। ਇਹ ਬਜ਼ੁਰਗ ਨਾਨੀ ਆਪਣੇ ਹੱਥਾਂ ਦੇ ਵਿੱਚ ਸੋਟਾ ਲੈ ਕੇ, ਡੰਗੋਰੀ ਲੈ ਕੇ ਭਾਈ ਜੇਠੇ ਦੇ ਕੋਲ ਪਹੁੰਚੀ ਹੈ। ਬਾਂਹ ਤੋਂ ਹਲੂਣਾ ਦੇ ਕੇ ਕਹਿਣ ਲੱਗੀ, ਪੁੱਤ ਵੇ ਕੀ ਗੱਲ ਹੈ, ਤੂੰ ਇੱਥੇ ਬੈਠਾ ਏ, ਖੇਡਦਾ ਕਿਉਂ ਨਹੀਂ? ਕੀ ਤੈਨੂੰ ਉਹਨਾਂ ਨੇ ਖਿਡਾਇਆ ਨਹੀਂ? ਭਾਈ ਜੇਠੇ ਨੇ ਆਪਣਾ ਮੂੰਹ ਉਤਾਂਹ ਕੀਤਾ ਏ। ਕਹਿਣ ਲੱਗੇ, ਨਾਨੀ ਮਾਂ ਇਹਨਾਂ ਨੇ ਮੈਨੂੰ ਖਿਡਾਇਆ ਨਹੀਂ। ਨਾਨੀ ਕਹਿਣ ਲੱਗੀ, ਅਜੇ ਤੇਰੇ ਦੋਸਤ ਨਹੀਂ ਬਣੇ ਹੋਣਗੇ ਕਿਉਂਕਿ ਤੂੰ ਨਵਾਂ ਨਵਾਂ ਆਇਆ ਏ। ਭਾਈ ਜੇਠਾ ਤੋਤਲੀ ਆਵਾਜ਼ ਦੇ ਵਿੱਚ ਕਹਿਣ ਲੱਗਾ, ਮਾਂ ਇਹ ਗੱਲ ਨਹੀਂ, ਮੇਰੇ ਦੋਸਤ ਤੇ ਬਣ ਗਏ ਸਨ, ਮੇਰੇ ਨਾਲ ਖੇਡਣ ਵੀ ਲੱਗ ਪਏ ਸੀ, ਪਰ ਜਦੋਂ ਇਹਨਾਂ ਦੀਆਂ ਮਾਵਾਂ ਨੇ ਮੇਰੇ ਨਾਲ ਖੇਡਦਿਆਂ ਹੋਇਆਂ ਇਹਨੂੰ ਆਪਣੇ ਬੱਚਿਆਂ ਨੂੰ ਵੇਖਿਆ, ਜਦੋਂ ਇਹਨਾਂ ਦੀਆਂ ਮਾਵਾਂ ਨੇ ਮੇਰੇ ਨਾਲ ਖੇਡਦਿਆਂ ਹੋਇਆਂ ਆਪਣੇ ਬੱਚਿਆਂ ਨੂੰ ਵੇਖਿਆ ਏ, ਦੌੜ ਕਰਕੇ ਆਪਣੇ ਬੱਚਿਆਂ ਦੀਆਂ ਬਾਹਾਂ ਫੜ ਕੇ ਆਪਣੇ ਘਰਾਂ ਨੂੰ ਲੈ ਗਈਆਂ ਨੇ। ਤੇ ਮੈਂ ਇਹਨਾਂ ਨੂੰ ਕਹਿੰਦੇ ਹੋਏ ਸੁਣਿਆ ਏ, ਆਪਣੇ ਬੱਚਿਆਂ ਨੂੰ ਕਹਿ ਰਹੀਆਂ ਸਨ ਕਿ ਇਹ ਮਨਹੂਸ ਹੈ। ਬਚਪਨ ਦੇ ਵਿੱਚ ਹੀ ਇਹਦੇ ਮਾਤਾ ਪਿਤਾ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ, ਇਹ ਅਨਾਥ ਹੈ, ਇਹਦਾ ਤੇ ਚਿਹਰਾ ਵੇਖਣਾ ਵੀ ਨਹੀਂ ਬਣਦਾ, ਤੁਸੀਂ ਇਹਦੇ ਨਾਲ ਖੇਡਦੇ ਕਿਉਂ ਪਏ ਹੋ? ਨਾਨੀ ਕੀ ਸੱਚਮੁੱਚ ਮੇਰਾ ਚਿਹਰਾ ਇੰਨਾ ਜ਼ਿਆਦਾ ਮਨਹੂਸ ਹੈ? ਸਾਡਾ ਇਤਿਹਾਸ ਕਹਿੰਦਾ ਏ ਨਾਨੀ ਨੇ ਆਪਣੇ ਦੋਤਰੇ ਨੂੰ ਆਪਣੇ ਕਾਲਜੇ ਦੇ ਨਾਲ ਲਾਇਆ ਏ, ਘੁੱਟ ਕੇ ਆਸੀਸ ਦਿੱਤੀ ਹੈ ਤੇ ਪਿਆਰ ਭਰੇ ਬਚਨ ਕਹਿਣ ਲੱਗੀ, ਵੇ ਪੁੱਤ ਵੇ ਮੈਨੂੰ ਤਾਂ ਇਉਂ ਲੱਗਦਾ ਏ ਅੱਜ ਜਿਹੜੇ ਲੋਕ ਤੇਰੇ ਕੋਲੋਂ ਕੋਹਾਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਨੇ, ਇੱਕ ਦਿਨ ਇੱਦਾਂ ਦਾ ਵੀ ਆਵੇਗਾ ਇਹ ਲੋਕ ਤੇਰੇ ਦਰ 'ਤੇ ਖਲੋ ਕੇ ਤੇਰੇ ਦਰਸ਼ਨ ਕਰਨ ਦੇ ਲਈ ਤੇਰੇ ਤਰਲੇ ਮਾਰਿਆ ਕਰਨਗੇ। ਇੱਕ ਦਿਨ ਇੱਦਾਂ ਦਾ ਵੀ ਆਵੇਗਾ ਜਿਹੜੇ ਲੋਕ ਅੱਜ ਤੇਰੀ ਸ਼ਕਲ ਵੇਖਣਾ ਵੀ, ਤੇਰਾ ਚਿਹਰਾ ਵੇਖਣਾ ਵੀ ਬਰਦਾਸ਼ਤ ਨਹੀਂ ਕਰਦੇ, ਵੇ ਪੁੱਤ ਵੇ ਇੱਕ ਦਿਨ ਤੇਰੇ ਦਰ 'ਤੇ ਆ ਕੇ ਤੇਰੇ ਦਰਸ਼ਨ ਕਰਨ ਦੇ ਲਈ ਅਰਦਾਸਾਂ ਕਰਿਆ ਕਰਨਗੇ। ਸਾਧ ਸੰਗਤ ਸੱਚ ਹੈ, ਦੁਨੀਆ ਦੇ ਵਿੱਚ ਬੜੇ ਗੁਰਦੁਆਰਾ ਸਾਹਿਬ ਨੇ, ਹਰ ਗੁਰੂ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੁਬਾਰਕ ਸਵਰੂਪ ਪ੍ਰਕਾਸ਼ ਹੈ, ਪਰ ਦੁਨੀਆ ਦੇ ਵਿੱਚ ਕੇਵਲ ਇੱਕੋ ਇੱਕ ਟੁਕੜਾ, ਇੱਕੋ ਇੱਕ ਖਿੱਤਾ ਸ੍ਰੀ ਹਰਿਮੰਦਰ ਸਾਹਿਬ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਨਗਰੀ ਹੈ, ਜਿੱਥੇ ਹਰ ਇੱਕ ਸਿੱਖ ਭਾਵਨਾ ਦੇ ਨਾਲ ਆ ਕੇ ਬੇਨਤੀ ਕਰਦਾ ਏ, ਦਰ ਮਾਡੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ। ਸਮਾਂ ਆਪਣੀ ਚਾਲੇ ਚੱਲਦਾ ਗਿਆ। ਧੰਨ ਗੁਰੂ ਅਮਰਦਾਸ ਪਾਤਸ਼ਾਹ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਹੋਏ ਨੇ। ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਸਿੱਖ ਸੰਗਤਾਂ ਦੀਆਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ। ਇੱਕ ਦਿਨ ਸੰਗ ਬਾਸਰਕੇ ਨਗਰ ਤੋਂ ਚੱਲਿਆ ਏ, ਸੰਗਤੀ ਰੂਪ ਦੇ ਵਿੱਚ ਸ਼੍ਰੀ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਪਹੁੰਚਿਆ ਏ। ਉਸ ਸੰਗ ਦੇ ਵਿੱਚ ਭਾਈ ਜੇਠਾ ਵੀ ਹੈ। ਭਾਈ ਜੇਠਾ ਜਿਹਦੇ ਸਿਰ 'ਤੇ ਘੁੰਗਣੀਆਂ ਵਾਲੀ ਟੋਕਰੀ ਹੈ, ਨਾਲੇ ਤੇ ਉਹ ਵਪਾਰ ਕਰਦਾ ਜਾ ਰਿਹਾ ਹੈ, ਘੁੰਗਣੀਆਂ ਵੇਚਦਾ ਜਾ ਰਿਹਾ ਹੈ, ਨਾਲੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਦਰਸ਼ਨਾਂ ਦਾ ਦੀਦਾਰ ਕਰਦਾ ਜਾ ਰਿਹਾ ਹੈ। ਮਨ ਦੇ ਵਿੱਚ ਚਾਹਨਾ ਹੈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਨਿਮਾਣਿਆਂ ਦੇ ਮਾਣ ਹੋ, ਤੁਸੀਂ ਨਿਤਾਣਿਆਂ ਦੇ ਤਾਣ ਹੋ, ਜਿਹਨੂੰ ਦੁਨੀਆ ਦੇ ਵਿੱਚ ਕਿਤੇ ਵੀ ਜਗ੍ਹਾ ਨਹੀਂ ਮਿਲਦੀ,
हे ਧੰਨ ਗੁਰੂ ਅਮਰਦਾਸ ਪਾਤਸ਼ਾਹ, ਤੁਸੀਂ ਨਿਥਾਵਿਆਂ ਦੇ ਥਾਵ ਮੇਰੇ ਉੱਪਰ ਵੀ ਕਿਰਪਾ ਕਰਿਓ। ਇਹ ਵਿਚਾਰਾਂ ਕਰਦਿਆਂ ਹੋਇਆ, ਇਹ ਸੋਚਦਾ ਹੋਇਆ ਭਾਈ ਜੇਠਾ ਗੋਇੰਦਵਾਲ ਸਾਹਿਬ ਜੀ ਦੀ ਧਰਤੀ 'ਤੇ ਪਹੁੰਚਿਆ ਏ। ਇੱਥੇ ਜਿੰਨੀਆਂ ਵੀ ਘੁੰਗਣੀਆਂ ਸਨ ਉਹ ਵੇਚ ਕੇ ਫਿਰ ਦਰਬਾਰ ਦੇ ਵਿੱਚ ਸੇਵਾ ਦੇ ਵਿੱਚ ਲੱਗ ਗਿਆ ਏ। ਸਾਡਾ ਇਤਿਹਾਸ ਕਹਿੰਦਾ ਏ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿੰਦਿਆਂ ਹੋਇਆਂ ਭਾਈ ਜੇਠੇ ਜੀ ਨੇ ਬੜੀ ਤਨਦੇਹੀ ਦੇ ਨਾਲ ਸੇਵਾ ਕੀਤੀ ਹੈ, ਸਿਮਰਨ ਕੀਤਾ ਏ, ਭਜਨ ਬੰਦਗੀ ਦੇ ਵਿੱਚ ਆਪਣਾ ਸਮਾਂ ਬਤੀਤ ਕੀਤਾ ਏ ਤੇ ਸਮਾਂ ਆਪਣੀ ਚਾਲੇ ਚੱਲਦਾ ਗਿਆ। ਇੱਕ ਦਿਨ ਭਾਈ ਜੇਠਾ ਸਿਰ ਦੇ ਉੱਪਰ ਟੋਕਰਾ ਏ, ਕੱਪੜੇ ਜਿਹੜੇ ਮਿੱਟੀ ਦੇ ਨਾਲ ਭਰੇ ਹੋਏ ਨੇ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮਾਤਾ ਮਨਸਾ ਦੇਵੀ ਜੀ ਦੇ ਨਾਲ ਪਲੰਗ ਦੇ ਉੱਪਰ ਸੁਭਾਏਮਾਨ ਨੇ। ਮਾਤਾ ਮਨਸਾ ਨੇ ਇੱਕ ਸਵਾਲ ਕੀਤਾ ਹੈ ਕਿ ਸਵਾਮੀ ਜੀ, ਬੀਬੀ ਭਾਨੀ ਜਵਾਨ ਹੋ ਗਈ ਹੈ, ਇਹਦਾ ਜਿਹੜਾ ਵਿਆਹ ਏ ਕੋਈ ਯੋਗ ਵਰ ਵੇਖ ਕੇ ਕਰ ਦੇਣਾ ਚਾਹੀਦਾ ਏ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਵਰ ਕਿਹੋ ਜਿਹਾ ਹੋਵੇ? ਮਾਤਾ ਮਨਸਾ ਦੇਵੀ ਨੇ ਆਪਣੀਆਂ ਨਜ਼ਰਾਂ ਉਤਾਂ ਚੁੱਕੀਆਂ, ਸਾਹਮਣੇ ਆ ਰਹੇ ਭਾਈ ਜੇਠੇ ਦੇ ਵੱਲ ਤੱਕਿਆ ਏ ਤੇ ਇਸ਼ਾਰਾ ਕਰਕੇ ਕਿਹਾ, ਉਹ ਜਿਹੜਾ ਗੱਭਰੂ ਸਾਹਮਣੇ ਆਉਂਦਾ ਪਿਆ ਏ ਉਹਦੇ ਵਰਗਾ ਵਾਰ ਹੋਣਾ ਚਾਹੀਦਾ ਏ। ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੇਖਿਆ ਇਹ ਕੋਈ ਹੋਰ ਨਹੀਂ, ਇਹ ਭਾਈ ਜੇਠਾ ਏ, ਤੇ ਮਾਤਾ ਮਨਸਾ ਦੇਵੀ ਨੂੰ ਕਹਿਣ ਲੱਗੇ, ਜੇ ਇਹਦੇ ਵਰਗਾ ਵਾਰ ਲੈਣਾ ਏ, ਇਹਦੇ ਵਰਗਾ ਦੁਨੀਆ ਦੇ ਵਿੱਚ ਕੇਵਲ ਇਹੋ ਹੀ ਹੈ, ਇਹਦੇ ਵਰਗਾ ਦੂਸਰਾ ਕੋਈ ਦੁਨੀਆ ਦੇ ਵਿੱਚ ਹੈ ਹੀ ਨਹੀਂ। ਸਾਡਾ ਇਤਿਹਾਸ ਕਹਿੰਦਾ ਏ ਸੇਵਾ ਕਰਦਿਆਂ ਕਰਦਿਆਂ ਪਹਿਲੀ ਬਖਸ਼ਿਸ਼ ਹੋਈ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣੀ ਛੋਟੀ ਸਪੁੱਤਰੀ ਬੀਬੀ ਭਾਨੀ ਜੀ ਦਾ ਆਨੰਦ ਕਾਰਜ ਵਿਆਹ ਭਾਈ ਜੇਠਾ ਜੀ ਦੇ ਨਾਲ ਕਰ ਦਿੱਤਾ। ਸਾਧ ਸੰਗਤ ਇੱਥੇ ਹੀ ਬਸ ਨਹੀਂ, ਕਹਿੰਦੇ ਬੇਸ਼ੱਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਰਿਸ਼ਤੇ ਦੇ ਵਿੱਚ ਜਵਾਈ ਲੱਗਦੇ ਨੇ, ਪਰ ਜਵਾਈ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨੂੰ ਤਿਆਗਿਆ ਨਹੀਂ। ਜਿੱਥੇ ਪਹਿਲਾਂ ਹੱਥਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਨ ਵਾਲੀ ਬਾਲਟੀ ਹੋਇਆ ਕਰਦੀ ਸੀ, ਅੱਜ ਵੀ ਉਹ ਬਾਲਟੀ ਉਸੇ ਤਰ੍ਹਾਂ ਕਾਇਮ ਹੈ। ਸਿਰ ਦੇ ਉੱਪਰ ਪ੍ਰਸ਼ਾਦਿਆਂ ਵਾਲਾ ਟੋਕਰਾ ਏ, ਸਿਰ ਦੇ ਉੱਪਰ ਕਦੀ ਮਿੱਟੀ ਵਾਲਾ ਟੋਕਰਾ ਏ, ਕਦੀ ਲੰਗਰ ਦੇ ਵਿੱਚ ਜਾ ਕੇ ਸੇਵਾ ਕਰਨੀ, ਕਦੀ ਗੁਰੂ ਦਰਬਾਰ ਦੀਆਂ ਸੇਵਾਵਾਂ ਕਰਨੀਆਂ, ਇਹ ਭਾਈ ਜੇਠੇ ਦੇ ਹਿੱਸੇ ਆਈਆਂ ਨੇ। ਤੇ ਕਹਿੰਦੇ ਜਿਨ ਸਿਰਿਆ ਤਿਨੇ ਸਵਾਰਿਆ। ਇੱਕ ਦਿਨ ਇੱਦਾਂ ਦਾ ਸਮਾਂ ਵੀ ਆਇਆ ਏ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਪਣਾ ਜੋਤੀ ਜੋਤ ਸਮਾਉਣ ਦਾ ਸਮਾਂ ਦੇਖਿਆ ਏ। ਭਾਈ ਰਾਮਾ ਜੀ ਜੋ ਸਤਿਗੁਰਾਂ ਜੀ ਦੇ ਵੱਡੇ ਜਵਾਈ ਬੀਬੀ ਦਾਨੀ ਜੀ ਦੇ ਨਾਲ ਵਿਆਹੇ ਹੋਏ ਸਨ, ਇੱਧਰ ਭਾਈ ਜੇਠਾ ਜੀ ਬੀਬੀ ਭਾਨੀ ਜੀ ਦੇ ਨਾਲ ਵਿਆਹੇ ਹੋਏ ਸਨ। ਦੋਨਾਂ ਨੂੰ ਕੋਲ ਬੁਲਾਇਆ ਏ ਤੇ ਕੋਲ ਬੁਲਾ ਕੇ ਸਤਿਗੁਰਾਂ ਨੇ ਇੱਕ ਹੁਕਮ ਕੀਤਾ ਏ। ਹੁਕਮ ਇਹ ਕੀਤਾ ਏ ਕਿ ਤੁਸੀਂ 2 ਥੜੇ ਤਿਆਰ ਕਰਨੇ ਨੇ ਜਿਹੋ ਜਿਹੇ ਅਸੀਂ ਚਾਹੁੰਦੇ ਆ। ਗੁਰੂ ਅਮਰਦਾਸ ਪਾਤਸ਼ਾਹ ਸਵੇਰੇ ਆਉਂਦੇ ਨੇ, ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਨੂੰ ਥੜੇ ਬਣਾਉਣ ਦਾ ਹੁਕਮ ਦਿੰਦੇ ਨੇ। ਸਾਰਾ ਦਿਨ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਥੜੇ ਬਣਾਉਂਦੇ ਨੇ। ਸ਼ਾਮ ਦੇ ਸਮੇਂ ਸਤਿਗੁਰੂ ਇਹ ਕਹਿ ਕੇ ਢਵਾ ਦਿੰਦੇ ਨੇ ਕਿ ਜਿਹੋ ਜਿਹਾ ਅਸੀਂ ਕਹਿ ਕੇ ਗਏ ਆ ਉਹੋ ਜਿਹਾ ਥੜਾ ਤੁਹਾਡੇ ਕੋਲੋਂ ਬਣਿਆ ਨਹੀਂ। ਸਾਡਾ ਇਤਿਹਾਸ ਕਹਿੰਦਾ ਏ 1 ਦਿਨ ਗੁਜ਼ਰਿਆ, 2 ਦਿਨ ਗੁਜ਼ਰਿਆ, 3 ਦਿਨ ਗੁਜ਼ਰੇ। ਅੱਜ ਜਦੋਂ ਚੌਥਾ ਦਿਨ ਚੜ੍ਹਿਆ ਏ, ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਨੇ, ਆ ਕੇ ਹੁਕਮ ਕੀਤਾ ਹੈ ਕਿ ਥੜੇ ਬਣਾਓ। ਭਾਈ ਰਾਮਾ ਜੀ ਨੇ ਇਨਕਾਰ ਕਰ ਦਿੱਤਾ, ਕਹਿਣ ਲੱਗੇ ਪਿਤਾ ਜੀ ਤੁਹਾਡੀ ਉਮਰ ਵਡੇਰੀ ਹੋ ਗਈ ਹੈ, ਜਿਹੋ ਜਿਹਾ ਤੁਸੀਂ ਥੜਾ ਕਹਿ ਕੇ ਜਾਂਦੇ ਹੋ ਮੈਂ ਬਿਲਕੁਲ ਉਸੇ ਤਰ੍ਹਾਂ ਦਾ ਬਣਾਉਂਦਾ ਵਾਂ, ਪਰ ਉਮਰ ਵਡੇਰੀ ਹੋਣ ਕਰਕੇ ਤੁਸੀਂ ਭੁੱਲ ਜਾਂਦੇ ਹੋ। ਅੱਜ ਤੋਂ ਬਾਅਦ ਦੇ ਵਿੱਚ ਮੈਂ ਥੜਾ ਬਣਾਵਾਂਗਾ ਨਹੀਂ। ਭਾਈ ਜੇਠੇ ਦੇ ਕੋਲ ਗਏ ਨੇ, ਭਾਈ ਜੇਠੇ ਨੇ ਇਨਕਾਰ ਨਹੀਂ ਕੀਤਾ, ਉਸੇ ਵੇਲੇ ਥੜਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਅੱਜ ਚੌਥੇ ਦਿਨ ਦੀਆਂ ਸ਼ਾਮਾਂ ਪਈਆਂ ਨੇ, ਗੁਰੂ ਅਮਰਦਾਸ ਪਾਤਸ਼ਾਹ ਜੀ ਆਏ ਨੇ। ਭਾਈ ਜੇਠੇ ਦੇ ਵੱਲ ਵੇਖਿਆ ਏ, ਥੜੇ ਦੇ ਵੱਲ ਵੇਖਿਆ ਏ, ਕਹਿਣ ਲੱਗੇ ਪੁਰਖਾ ਜਿਹੋ ਜਿਹਾ ਥੜਾ ਅਸੀਂ ਚਾਹੁੰਦੇ ਆ ਉਹੋ ਜਿਹਾ ਥੜਾ ਅਜੇ ਤੱਕ ਬਣਿਆ ਹੀ ਨਹੀਂ, ਇਹਨੂੰ ਢਾਹ ਦੇ। ਭਾਈ ਜੇਠੇ ਨੇ ਸਤਿਗੁਰਾਂ ਜੀ ਦੇ ਹੁਕਮ ਨੂੰ ਮੰਨਦੇ ਆ ਥੜਾ ਢਾਹ ਦਿੱਤਾ ਏ।
ਪੰਜਵਾਂ ਦਿਨ ਗੁਜ਼ਰਿਆ ਏ, ਛੇਵਾਂ ਦਿਨ ਗੁਜ਼ਰਿਆ ਏ, ਅੱਜ ਸੱਤਵੇਂ ਦਿਨ ਥੜਾ ਤਿਆਰ ਕੀਤਾ ਏ। ਸ਼ਾਮ ਦੇ ਸਮੇਂ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਥੜਾ ਵੇਖਣ ਦੇ ਲਈ ਆਏ ਨੇ ਤੇ ਭਾਈ ਜੇਠੇ ਨੂੰ ਵੇਖ ਕੇ ਕਹਿਣ ਲੱਗੇ, ਪੁਰਖਾ ਸੱਚ ਕਰਕੇ ਜਾਣੀ ਥੜਾ ਅੱਜ ਉਦਾਂ ਦਾ ਬਣਿਆ ਹੀ ਨਹੀਂ। ਭਾਈ ਜੇਠਾ ਗਲ ਦੇ ਵਿੱਚ ਪੱਲਾ ਪਾਇਆ ਏ, ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਤੇ ਢਹਿ ਪਿਆ ਏ। ਕਹਿਣ ਲੱਗੇ, ਸਤਿਗੁਰੂ ਜੀ ਸਾਡੀ ਜਿਹੜੀ ਮੱਤ ਹੈ, ਸਾਡੀ ਜਿਹੜੀ ਬੁੱਧ ਹੈ, ਉਹ ਬਹੁਤ ਜ਼ਿਆਦਾ ਤੁੱਛ ਹੈ। ਅਸੀਂ ਭੁੱਲ ਜਾਂਦੇ ਹਾਂ ਅਲੀ ਅਸੀਂ ਅਲਪੱਗ ਜੀਵ ਹਾਂ। ਸਤਿਗੁਰੂ ਤੁਸੀਂ ਸਾਨੂੰ ਕਹਿ ਕੇ ਕੁਝ ਜਾਂਦੇ ਹੋ ਪਰ ਅਸੀਂ ਕਰਦੇ ਕੁਝ ਹਾਂ। ਸਾਡੀ ਬੇਨਤੀ ਹੈ, ਸਾਡੀ ਆਪਣੀ ਮਤ ਬੁੱਧ ਕਰਕੇ ਅਸੀਂ ਤੁਹਾਡੇ ਕਹੇ ਅਨੁਸਾਰ ਥੜਾ ਨਹੀਂ ਬਣਾ ਸਕਦੇ। ਸਤਿਗੁਰੂ ਜੇ ਤੁਸੀਂ ਕਿਰਪਾ ਕਰਦੇ ਹੋ, ਜੇ ਤੁਸੀਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਦੇ ਹੋ ਤੇ ਤੁਹਾਡੇ ਕਹੇ ਮੁਤਾਬਿਕ ਅਸੀਂ ਥੜਾ ਬਣਾ ਦੇਵਾਂਗੇ। ਜਦੋਂ ਇਹ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਸੁਣੇ ਨੇ, ਬਾਹਾਂ ਤੋਂ ਫੜ ਕੇ ਉਠਾਇਆ ਏ ਤੇ ਭਾਈ ਜੇਠੇ ਨੂੰ ਆਪਣੀ ਛਾਤੀ ਦੇ ਨਾਲ ਲਾ ਲਿਆ ਏ। ਕਹਿਣ ਲੱਗੇ, ਪੁਰਖਾ ਗੱਲ ਥੜੇ ਬਣਾਉਣ ਦੀ ਨਹੀਂ, ਗੱਲ ਗੁਰੂ ਦੇ ਹੁਕਮ ਮੰਨਣ ਦੀ ਹੈ। ਇਹ ਤੇ ਇੱਕ ਪ੍ਰੀਖਿਆ, ਇੱਕ ਕਸਵੱਟੀ ਸੀ ਜਿਹਦੇ ਉੱਪਰ ਤੁਸੀਂ ਖਰੇ ਉਤਰੇ ਹੋ। ਤੇ ਸਤਿਗੁਰਾਂ ਜੀ ਦੇ ਬਚਨ ਜੋ ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਕਹੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਇਸ ਕਰਕੇ ਧੰਨ ਨੇ ਕਿ ਉਸ ਮਾਲਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਨੇ ਜਿਨ੍ਹਾਂ ਨੂੰ ਪੈਦਾ ਕੀਤਾ ਤੇ ਉਸ ਮਾਲਕ ਵਾਹਿਗੁਰੂ ਦੇ ਸਰੂਪ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਉਹਨਾਂ ਨੂੰ ਸਵਾਰਿਆ। ਸਾਧ ਸੰਗਤ ਉਸ ਦਿਨ ਤੋਂ ਬਾਅਦ ਦੇ ਵਿੱਚ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਗੁਰਤਾ ਗੱਦੀ ਦੀ ਦਾਤ ਭਾਈ ਜੇਠਾ ਜੀ ਦੀ ਝੋਲੀ ਦੇ ਵਿੱਚ ਪਾ ਕੇ ਦੁਨੀਆ ਦੇ ਵਿੱਚ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਬਣਾ ਕਰਕੇ ਪ੍ਰਗਟ ਕਰ ਦਿੱਤਾ ਹੈ। ਜਿਹਨੂੰ ਕਦੀ ਦੁਨੀਆ ਦੇ ਲੋਕ ਕਹਿੰਦੇ ਸਨ ਇਹਦਾ ਘਰ ਕਿੱਦਾਂ ਦਾ ਹੋਵੇਗਾ, ਇਹ ਪ੍ਰਸ਼ਾਦਾ ਕਿੱਥੋਂ ਛਕੇਗਾ। ਸਾਧ ਸੰਗਤ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਵਰਗਾ ਦੁਨੀਆ ਦੇ ਵਿੱਚ ਦੂਸਰਾ ਕੋਈ ਹੋਰ ਘਰ ਹੈ ਹੀ ਨਹੀਂ। ਜਿਹਨੂੰ ਕਿਤੇੋਂ ਪ੍ਰਸ਼ਾਦਾ ਨਹੀਂ ਮਿਲਦਾ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਕਦੀ ਭੁੱਖਾ ਨਹੀਂ ਜਾਂਦਾ। ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਦੀ ਵਡਿਆਈ ਹੈ, ਜਿਨ੍ਹਾਂ ਦੇ ਆਗਮਨ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਆਪਾਂ ਜੁੜੇ ਬੈਠੇ ਹਾਂ। ਸਤਿਗੁਰਾਂ ਜੀ ਦੀਆਂ ਖੁਸ਼ੀਆਂ ਲੈਣ ਦੇ ਲਈ ਆਏ ਹਾਂ। ਗੁਰੂ ਬਾਬਾ ਕਿਰਪਾ ਕਰੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਸਤਿਗੁਰਾਂ ਜੀ ਦੇ ਚਲਾਏ ਹੋਏ ਮਾਰਗ ਦੇ ਉੱਪਰ ਸਤਿਗੁਰਾਂ ਜੀ ਦੇ ਬਖਸ਼ੇ ਹੋਏ ਉਪਦੇਸ਼ਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾ ਕੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਦਾਤ ਦੇ ਪਾਤਰ ਬਣ ਜਾਈਏ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਮੁਆਫੀ, ਅਸੀਸ ਦਿੰਦੇ ਹੋਏ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।